ਦੋਸਤੋ ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਇਸ ਯੁੱਗ ਦੇ ਵਿੱਚ ਹਰੇਕ ਨੌਕਰੀ ਦੇ ਲਈ ਇਮਤਿਹਾਨ ਲਿਆ ਜਾਂਦਾ ਹੈ। ਉਸ ਇਮਤਿਹਾਨ ਦੇ ਵਿੱਚ ਕੰਪਿਊਟਰ ਦੇ ਸਵਾਲ ਜ਼ਰੂਰ ਪੁੱਛੇ ਜਾਂਦੇ ਨੇ। ਇਹਨਾਂ ਦੀ ਕੰਪਿਊਟਰ ਦੇ ਸਵਾਲਾਂ ਦੀ ਤਿਆਰੀ ਦੇ ਲਈ ਤੁਹਾਡੇ ਲਈ ਇੱਕ ਖਾਸ ਤੌਰ ਤੇ ਜਿਹੜੇ ਵੀਡੀਓ ਸੀਰੀਜ਼ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਆਪਾਂ MCQ ਡਿਸਕਸ ਕਰਾਂਗੇ, ਯਾਨੀ ਕਿ ਕੰਪਿਊਟਰ ਅਵੇਅਰਨੈਸ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਆਨਸਰ ਹੋਣਗੇ ਉਹ ਅਸੀਂ ਤੁਹਾਡੇ ਲਈ ਸ਼ਾਮਲ ਕਰਾਂਗੇ ਵਿਦ ਐਕਸਪਲੇਨੇਸ਼ਨ। ਉਹਨੂੰ ਸਮਝਾਵਾਂਗੇ ਪੂਰੇ ਤਰੀਕੇ ਦੇ ਨਾਲ, ਔਰ ਹਰ ਤਰ੍ਹਾਂ ਦੇ ਐਗਜ਼ਾਮ ਦੇ ਲਈ ਤੁਹਾਡੇ ਲਈ ਇਹ ਮਹੱਤਵਪੂਰਨ ਹੋਣਗੇ। ਮੈਂ ਹਾਂ CP ਕੰਬੋਜ, ਤੁਸੀਂ ਦੇਖ ਰਹੇ ਹੋ CTech ਪੰਜਾਬੀ। ਅਤੇ ਦੋਸਤੋ ਇਹ ਲੈਕਚਰ ਸੀਰੀਜ਼ ਦੇ ਵਿੱਚ ਤੁਸੀਂ ਖਾਸ ਤੌਰ 'ਤੇ ਪੰਜਾਬ ਪਟਵਾਰੀ, ਸੁਪਰਡੈਂਟ ਜੇਲ੍ਹ, ਤਹਿਸੀਲਦਾਰ ਪੰਜਾਬ ਪੁਲਿਸ, UPSC, ਸਟੇਟ PCS, RRB, SSC, SSS ਬੋਰਡ, ਬੈਂਕ ਤੋਂ ਇਲਾਵਾ ਹੋਰ ਜਿੰਨੀਆਂ ਵੀ ਪੋਸਟਾਂ ਪੰਜਾਬ ਗੌਰਮੈਂਟ ਦੀਆਂ ਯਾਨੀ ਕਿ ਸਟੇਟ ਦੀਆਂ ਜਾਂ ਸੈਂਟਰ ਦੀਆਂ ਨਿਕਲਦੀਆਂ ਨੇ, ਜਿਨ੍ਹਾਂ ਦੇ ਵਿੱਚ ਕੰਪਿਊਟਰ ਦਾ ਇਮਤਿਹਾਨ ਲਿਆ ਜਾਂਦਾ, ਉਹਦੇ ਵਿੱਚ ਜ਼ਰੂਰ ਕੁਛ ਨਾ ਕੁਛ ਸਵਾਲ ਜਿਹੜੇ ਨੇ ਪੁੱਛੇ ਜਾਂਦੇ ਨੇ। ਉਹਨਾਂ ਦੀ ਤਿਆਰੀ ਲਈ ਇਹ ਲੈਕਚਰ ਸੀਰੀਜ਼ ਤੁਹਾਡੀ ਮਦਦ ਕਰੇਗੀ। ਵੀਡੀਓ ਨੂੰ ਪੂਰਾ ਦੇਖੋ। ਜਿਸ ਚੈਨਲ ਦੇ ਉੱਤੇ ਨਵੇਂ ਮਹਿਮਾਨ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾ ਦਿਓ, ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਲਓ ਦੋਸਤੋ, ਪਹਿਲਾ ਸਵਾਲ ਲੈਂਦੇ ਹਾਂ। ਹਾਰਡ ਡਿਸਕ ਇਜ਼ ਆਪਸ਼ਨ A ਹੈ ਫਿਕਸਡ, B ਆਪਟੀਮਾਈਜ਼ਡ, C ਰਿਮੂਵੇਬਲ ਔਰ D ਹੈ ਨਨ ਆਫ ਦੀਜ਼। ਯਾਨੀ ਕਿ ਅਸੀਂ ਇਹ ਦੱਸਣਾ ਹੈ ਕਿ ਹਾਰਡ ਡਿਸਕ ਕੀ ਹੈ। ਅਸੀਂ ਇਹਨਾਂ ਸਾਰੀਆਂ ਆਪਸ਼ਨਸ ਦੇ ਵਿੱਚੋਂ ਦੇਖ ਰਹੇ ਹਾਂ ਕਿ ਦੋ ਆਪਸ਼ਨ ਜਿਹੜੀਆਂ ਨੇ ਸਟੋਰੇਜ ਡਿਵਾਈਸ ਜਿਹੜੀ ਹਾਰਡ ਡਿਸਕ ਹੈ ਉਹਦੇ ਨਾਲ ਸੰਬੰਧਿਤ ਨੇ, ਯਾਨੀ ਕਿ ਹਾਰਡ ਡਿਸਕ ਫਿਕਸ ਵੀ ਹੋ ਸਕਦੀ ਹੈ ਜਾਂ ਹਾਰਡ ਡਿਸਕ ਸਾਡੀ ਰਿਮੂਵੇਬਲ ਹੋ ਸਕਦੀ ਹੈ। ਪਰ ਸਾਡੇ ਕੋਲ ਇੱਥੇ ਕਰੈਕਟ ਆਨਸਰ ਹੈ ਫਿਕਸਡ ਡਿਸਕ, ਕਿਉਂਕਿ ਦੋਸਤੋ ਹਾਰਡ ਡਿਸਕ ਜਿਹੜੀ ਕੰਪਿਊਟਰ ਦੀ ਸਟੋਰੇਜ ਡਿਵਾਈਸ ਹੈ, ਇਹ ਕੰਪਿਊਟਰ ਦੀ ਕੈਬਨਟ ਦੇ ਵਿੱਚ ਨਟ ਬੋਲਟ ਦੇ ਨਾਲ ਵਿੱਚ ਹੀ ਫਿਕਸ ਕੀਤੀ ਜਾਂਦੀ ਹੈ। ਹਾਲਾਂਕਿ USB ਹਾਰਡ ਡਿਸਕ ਜਿਹੜੀਆਂ ਨੇ, ਜਾਂ ਜਿਹਨੂੰ ਅਸੀਂ ਪੋਰਟੇਬਲ ਹਾਰਡ ਡਿਸਕ ਕਹਿੰਦੇ ਆ, ਉਹ ਬਣ ਚੁੱਕੀਆਂ ਨੇ ਬਾਜ਼ਾਰ ਦੇ ਵਿੱਚ, ਪਰ ਉਹਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੀ ਹਾਰਡ ਡਿਸਕ ਹੈ ਉਹਨੂੰ ਇੱਕ ਫਿਕਸ ਡਿਸਕ ਦਾ ਦਰਜਾ ਦਿੱਤਾ ਗਿਆ। ਸੋ ਯਾਦ ਰੱਖਣਾ ਹੈ, ਰਿਮੂਵੇਬਲ ਜਿਹੜੀਆਂ ਰਿਮੂਵੇਬਲ ਡਿਵਾਈਸਿਸ ਨੇ ਉਹਨਾਂ ਦੇ ਵਿੱਚ ਪੈਨ ਡਰਾਈਵ ਹੈ, ਮੈਮਰੀ ਕਾਰਡ ਹੈ ਔਰ ਹੋਰ ਬਹੁਤ ਕੁਝ ਆ ਜਾਂਦਾ ਹੈ, ਜਿਵੇਂ ਕਿ CD DVD। ਸਵਾਲ ਨੰਬਰ 2 ਹੈ ਜੀ, ਲੌਜੀਕਲ ਮਲਟੀਪਲੀਕੇਸ਼ਨ ਰੈਫਰਸ ਟੂ ਆਪਰੇਸ਼ਨ ਆਫ। ਯਾਨੀ ਕਿ ਕੰਪਿਊਟਰ ਦੇ ਉੱਤੇ ਜਦੋਂ ਅਸੀਂ ਲੌਜੀਕਲ ਮਲਟੀਪਲੀਕੇਸ਼ਨ ਯਾਨੀ ਕਿ ਗੁਣਾ ਕਰਦੇ ਹਾਂ ਤਾਂ ਇਹ ਜਿਹੜਾ ਕੰਮ ਹੈ, ਇਹ ਆਪਰੇਸ਼ਨ ਜਿਹੜਾ ਹੈ, ਇਹਨਾਂ ਆਪਸ਼ਨ ਦੇ ਵਿੱਚੋਂ ਕਿਹਦੇ ਨਾਲ ਸੰਬੰਧਿਤ ਹੈ। ਫਸਟ ਹੈ ਔਰ, ਸੈਕਿੰਡ ਐਂਡ ਗੇਟ, C ਇਜ਼ ਨਾਟ ਗੇਟ, D ਨੌਰ ਗੇਟ। ਇਹਦੇ 'ਚ ਕਰੈਕਟ ਆਨਸਰ ਹੈ ਜੀ D, ਸਹੀ ਆਨਸਰ ਹੈ ਇਹਦੇ ਵਿੱਚ B, ਯਾਨੀ ਕਿ ਐਂਡ ਗੇਟ। ਯਾਦ ਰੱਖਣਾ ਹੈ, ਐਂਡ ਗੇਟ ਦਾ ਇਸ ਤਰ੍ਹਾਂ ਸਿੰਬਲ ਹੁੰਦਾ ਹੈ, ਔਰ ਗੇਟ ਜਿਹੜੇ ਨੇ ਲੌਜੀਕਲ ਸਰਕਟ ਨੇ, ਬਿਲਡਿੰਗ ਬਲਾਕ ਨੇ, ਜਿਨ੍ਹਾਂ ਦੀਆਂ 2 ਇਨਪੁਟਸ ਹੁੰਦੀਆਂ ਨੇ ਅਤੇ ਇੱਕ ਆਊਟਪੁੱਟ ਹੁੰਦੀ ਹੈ। ਐਂਡ ਗੇਟ ਦੀ ਇਹ ਐਗਜ਼ਾਮਪਲ ਹੈ। ਐਂਡ ਗੇਟ ਦੋਨੇ ਇਨਪੁਟਸ ਨੂੰ ਮਲਟੀਪਲਾਈ ਕਰ ਦਿੰਦਾ ਹੈ, ਪਰ ਦੂਜੇ ਪਾਸੇ ਦੋਨੇ ਇਨਪੁਟਸ ਨੂੰ ਜੋੜ ਕਰਨ ਦੇ ਲਈ ਸਾਡੇ ਕੋਲ ਜਿਹੜਾ ਗੇਟ ਯੂਜ਼ ਹੁੰਦਾ ਉਹਨੂੰ ਅਸੀਂ ਔਰ ਗੇਟ ਦਾ ਨਾਮ ਦਿੰਦੇ ਹਾਂ। ਸੋ ਇਹ ਸਾਡੇ ਕੋਲ ਔਰ ਗੇਟ ਹੈ, ਜਿਹਦੇ ਵਿੱਚ A ਅਤੇ B ਦਾ ਜੋੜ ਕੀਤਾ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸਪਸ਼ਟ ਹੋ ਗਿਆ ਹੋਣਾ ਕਿ ਮਲਟੀਪਲੀਕੇਸ਼ਨ ਦੇ ਲਈ ਅਸੀਂ ਐਂਡ ਗੇਟ ਯੂਜ਼ ਕਰਦੇ ਹਾਂ, ਬਟ ਐਡੀਸ਼ਨ ਦੇ ਲਈ ਅਸੀਂ ਔਰ ਗੇਟ ਯੂਜ਼ ਕਰਦੇ ਹਾਂ। ਕੁਐਸਚਨ ਨੰਬਰ 3, ਹਾਊ ਮੈਨੀ ਵੈਕਿਊਮ ਟਿਊਬਸ ਵਾਲਵਸ ਵਾਜ਼ ਯੂਜ਼ਡ ਇਨ ENIAC। ਸੋ ਤੁਹਾਨੂੰ ਯਾਦ ਹੋਣਾ ਕਿ ਜਿਹੜਾ ENIAC ਇੱਕ ਕੰਪਿਊਟਰ ਸੀਗਾ ਜਿਹਦਾ ਪੂਰਾ ਨਾਮ ਹੈ ਇਲੈਕਟ੍ਰੋਨਿਕ ਨੂਮੈਰਿਕ ਇੰਟੀਗ੍ਰੇਟਿਡ ਐਂਡ ਕੈਲਕੂਲੇਟਰ। ਸੋ ਇਹ ਜਿਹੜਾ ਸਾਡੇ ਕੋਲ ਨੰਬਰ 3 ਕੁਐਸਚਨ ਹੈ,
ਇਹਦਾ ਆਨਸਰ ਕੀ ਹੋਏਗਾ? ਕੁਐਸਚਨ ਨੂੰ ਸਮਝਣਾ ਜ਼ਰੂਰੀ ਹੈ। ਕਿੰਨੀਆਂ ਵੈਕਿਊਮ ਟਿਊਬਾਂ, ਜਿਹਨੂੰ ਅਸੀਂ ਵਾਲਵ ਵੀ ਕਹਿੰਦੇ ਆ, ਪੇਪਰ ਦੇ ਵਿੱਚ ਵਾਲਵ ਵੀ ਆ ਸਕਦਾ ਵੈਕਿਊਮ ਟਿਊਬਸ ਦੀ ਥਾਂ 'ਤੇ, ਕਿੰਨੀਆਂ ਵੈਕਿਊਮ ਟਿਊਬਸ ਅਸੀਂ ਵਰਤੀਆਂ ਸੀ? ਕਰੈਕਟ ਆਨਸਰ ਇਹਦੇ ਵਿੱਚ ਸਾਡੇ ਕੋਲ ਹੈ ਸੀ 17,468। ਯਾਦ ਰੱਖਣਾ ਵੈਕਿਊਮ ਟਿਊਬਾਂ ਇਸ ਤਰ੍ਹਾਂ ਸ਼ੀਸ਼ੇ ਦੀਆਂ ਬਣੀਆਂ ਹੋਈਆਂ ਟਿਊਬ ਸੀਗੀਆਂ ਜਿਹੜੀਆਂ ਕਿ ਪੁਰਾਣੇ ਕੰਪਿਊਟਰਾਂ ਦੇ ਵਿੱਚ ਵਰਤੀਆਂ ਗਈਆਂ ਸੀ। ਇਸ ਤੋਂ ਬਾਅਦ ਸਾਡੇ ਕੋਲ ਟਰਾਂਜ਼ਿਸਟਰ ਆਇਆ ਜਿਨ੍ਹਾਂ ਦੇ ਵਿੱਚ 3 ਪਿਨਸ ਹੁੰਦੀਆਂ ਨੇ, ਫਿਰ ਉਹਦੀ ਥਾਂ 'ਤੇ IC ਆ ਗਿਆ, ਫਿਰ ਹੁਣ ਸਾਡੇ ਕੋਲ ਮਾਈਕਰੋ ਪ੍ਰੋਸੈਸਰ ਆ ਗਿਆ। ਤੁਸੀਂ ਕੰਪਿਊਟਰ ਦੀਆਂ ਪੀੜ੍ਹੀਆਂ ਦੇ ਵਿੱਚ ਯਾਨੀ ਕਿ ਜਨਰੇਸ਼ਨ ਦੇ ਵਿੱਚ ਪੜ੍ਹਿਆ ਹੋਏਗਾ। ਸਵਾਲ ਨੰਬਰ 4 ਹੈ ਜੀ, ਵਿਚ ਇਜ਼ ਦਾ ਕੀ ਫੰਕਸ਼ਨ ਆਫ ਫਾਇਰਵਾਲ? ਚੌਥਾ ਨੰਬਰ ਕੁਐਸਚਨ। ਸੋ ਫਾਇਰਵਾਲ ਇੱਕ ਸਾਡੇ ਕੰਪਿਊਟਰ ਦੇ ਵਿੱਚ ਐਂਟੀਵਾਇਰਸ ਹੁੰਦਾ ਹੈ, ਦੂਸਰਾ ਸਾਡੇ ਕੋਲ ਫਾਇਰਵਾਲ ਹੁੰਦਾ। ਐਂਟੀਵਾਇਰਸ ਵਾਇਰਸ ਨੂੰ ਸਕੈਨ ਕਰਦਾ ਹੈ, ਉਹਨੂੰ ਰਿਮੂਵ ਕਰਦਾ ਹੈ, ਬਟ ਫਾਇਰਵਾਲ ਦਾ ਜਿਹੜਾ ਫੰਕਸ਼ਨ ਹੈ ਉਹ ਕੀ ਹੁੰਦਾ, ਉਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਉਹਦਾ ਫੰਕਸ਼ਨ ਹੁੰਦਾ ਹੈ ਮੋਨੀਟਰਿੰਗ, ਯਾਨੀ ਕਿ ਸਾਡੇ ਕੰਪਿਊਟਰ ਦੇ ਉੱਤੇ ਧਿਆਨ ਰੱਖਦਾ ਹੈ, ਮੋਨੀਟਰ ਕਰਦਾ ਹੈ ਕਿ ਕੰਪਿਊਟਰ ਦੇ ਵਿੱਚੋਂ ਕੋਈ ਇਨਫੋਰਮੇਸ਼ਨ ਕੋਈ ਹੈਕਰਸ ਦੇ ਵੱਲੋਂ ਚੁਰਾਈ ਤਾਂ ਨਹੀਂ ਜਾ ਰਹੀ। ਸੋ ਯਾਨੀ ਕਿ ਸਾਡੇ ਕੰਪਿਊਟਰ ਅਤੇ ਨੈਟਵਰਕ ਦੇ ਵਿੱਚ ਇੱਕ ਦੀਵਾਰ ਦਾ ਕੰਮ ਕਰਦਾ ਫਾਇਰਵਾਲ। ਐਂਟੀਵਾਇਰਸ ਦਾ ਕੰਮ ਸਕੈਨ ਕਰਨਾ ਅਤੇ ਵਾਇਰਸ ਨੂੰ ਰਿਮੂਵ ਕਰਨਾ ਹੈ। ਸਵਾਲ ਨੰਬਰ 4 'ਤੇ ਚੱਲਦੇ ਹਾਂ ਜੀ। ਲੈਂਗੁਏਜਿਸ ਵਿਚ ਕੈਨ ਈਜ਼ਲੀ ਇੰਟਰੈਕਟ ਵਿਦ ਦਾ ਹਾਰਡਵੇਅਰ ਆਰ। ਸੋ ਹਾਰਡਵੇਅਰ ਕੀ ਚੀਜ਼ ਹੈ? ਸਾਡਾ ਕੰਪਿਊਟਰ, ਸਾਡੀ ਕੰਪਿਊਟਰ ਨਾਂ ਦੀ ਮਸ਼ੀਨ CPU, ਔਰ ਸਾਡਾ ਕੰਪਿਊਟਰ ਕਿਹੜੀ ਲੈਂਗੁਏਜ ਨੂੰ ਈਜ਼ਲੀ ਸਮਝ ਸਕਦਾ? ਤੁਸੀਂ ਪੜ੍ਹਿਆ ਹੋਣਾ 0 ਅਤੇ 1 ਦੀ ਜਿਹੜੀ ਕਿ ਬਾਈਨਰੀ ਲੈਂਗੁਏਜ ਹੈ, ਉਸ ਲੈਂਗੁਏਜ ਨੂੰ ਸਾਡਾ ਕੰਪਿਊਟਰ ਸਮਝ ਸਕਦਾ, ਔਰ ਇਸ ਬਾਈਨਰੀ ਲੈਂਗੁਏਜ ਨੂੰ ਅਸੀਂ ਮਸ਼ੀਨ ਲੈਂਗੁਏਜ ਦਾ ਨਾਮ ਵੀ ਦਿੰਦੇ ਹਾਂ। ਸੋ ਸਾਡੇ ਕੋਲ ਇੱਥੇ ਜਿਹੜੀਆਂ ਲੈਂਗੁਏਜ ਨੇ ਉਹਨਾਂ ਦੇ ਵਿੱਚ ਪਹਿਲੀ ਆਪਸ਼ਨ ਹੈ ਲੋ ਲੈਵਲ ਲੈਂਗੁਏਜ, ਸੈਕਿੰਡ ਹਾਈ ਲੈਵਲ ਲੈਂਗੁਏਜ, ਮਿਡਲ ਲੈਵਲ ਲੈਂਗੁਏਜ, ਆਲ ਆਫ ਅਬਾਵ। ਸੋ ਆਨਸਰ ਸਾਡੇ ਕੋਲ ਆਏਗਾ ਲੋ ਲੈਵਲ ਲੈਂਗੁਏਜ, ਕਿਉਂਕਿ ਜਿਹੜੀ ਬਾਈਨਰੀ ਲੈਂਗੁਏਜ ਹੈ ਜਾਂ ਮਸ਼ੀਨ ਲੈਂਗੁਏਜ ਹੈ ਉਹਨੂੰ ਅਸੀਂ ਲੋ ਲੈਵਲ ਲੈਂਗੁਏਜ ਦਾ ਨਾਮ ਦਿੰਦੇ ਹਾਂ। ਪਰ ਜਿਹੜੀ ਸਾਡੇ ਕੋਲ ਹਾਈ ਲੈਵਲ ਲੈਂਗੁਏਜ ਹੈ ਉਹਦੇ ਵਿੱਚ C++, ਜਾਵਾ ਵਗੈਰਾ ਜਿਹੜੀਆਂ ਨਵੀਆਂ ਲੈਂਗੁਏਜ ਨੇ ਉਹ ਸਾਡੇ ਕੋਲ ਹਾਈ ਲੈਵਲ ਲੈਂਗੁਏਜ ਦੇ ਵਿੱਚ ਆਉਂਦੀਆਂ ਨੇ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਸੋ 5ਵਾਂ ਕੁਐਸਚਨ ਤੁਹਾਨੂੰ ਸਮਝ ਲੱਗ ਗਿਆ ਹੋਣਾ। ਕੁਐਸਚਨ ਨੰਬਰ 6, ਡੈਸ਼ ਇਜ਼ ਰਿਸਪੋਂਸੀਬਲ ਫਾਰ ਓਵਰਆਲ ਕੰਟਰੋਲ ਐਂਡ ਕੋਆਰਡੀਨੇਸ਼ਨ ਆਫ ਇੰਸਟਰਕਸ਼ਨ ਐਗਜ਼ੀਕਿਊਸ਼ਨ। ਸੋ ਸਾਡੇ ਕੋਲ ਕੰਪਿਊਟਰ ਦੀ ਡਾਇਆਗ੍ਰਾਮ ਨੂੰ ਧਿਆਨ ਦੇ ਵਿੱਚ ਤੁਸੀਂ ਜੇ ਰੱਖ ਕੇ ਇਸ ਕੁਐਸਚਨ ਨੂੰ ਸਮਝਣ ਦਾ ਯਤਨ ਕਰੋ। ਇਨਪੁਟ ਪਾਰਟਸ ਨੇ, ਇਹ ਆਊਟਪੁੱਟ ਪਾਰਟਸ ਨੇ, ਇਹ ਸਾਡੇ ਕੋਲ CPU ਹੈ। CPU ਦੇ ਫਰਦਰ 3 ਪਾਰਟਸ ਨੇ ALU, CU, MU, ਜਿਹਦੇ ਅੱਗੇ 2 ਪਾਰਟਸ ਨੇ ਰੈਮ ਤੇ ਰੋਮ। ਕੰਟਰੋਲ ਯੂਨਿਟ ਜੋ ਹੈ ਇੱਕ ਐਸਾ ਯੂਨਿਟ ਹੈ ਜਿਹੜਾ ਰਿਸਪੋਂਸੀਬਲ ਹੁੰਦਾ ਹੈ ਸਾਰੇ ਕੰਟਰੋਲ ਨੂੰ ਔਰ ਕੰਪਿਊਟਰ ਦੇ ਸਾਰੇ ਪਾਰਟਸ ਨੂੰ ਆਪਸ ਵਿੱਚ ਕੋਆਰਡੀਨੇਟ ਕਰਨ ਦੇ ਲਈ ਔਰ ਇੰਸਟਰਕਸ਼ਨਸ ਨੂੰ ਐਗਜ਼ੀਕਿਊਟ ਕਰਨ ਦੇ ਲਈ। ਜੋ ਕੰਮ ਅਸੀਂ ਕੰਪਿਊਟਰ ਨੂੰ ਦਿੰਦੇ ਹਾਂ ਉਹਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ। ਸੋ ਇਸ ਕਰਕੇ ਸਾਡੇ ਕੋਲ ਇੱਥੇ ਆਪਸ਼ਨ ਜਿਹੜੀਆਂ 4 ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਆਪਸ਼ਨ ਨੰਬਰ ਜਿਹੜੀ D ਹੋਏਗੀ ਕੰਟਰੋਲ ਯੂਨਿਟ, ਉਹ ਸਾਡੇ ਕੋਲ ਆਨਸਰ ਹੋਏਗੀ। ਸਵਾਲ ਨੰਬਰ 7, ਵਿਚ ਆਫ ਦਾ ਫੋਲੋਇੰਗ ਇਜ਼ ਐਨ ਆਊਟਪੁੱਟ ਡਿਵਾਈਸ। ਸੋ ਇਹਨਾਂ ਦੇ ਵਿੱਚੋਂ ਡਿਵਾਈਸਿਸ ਜਿਹੜੀਆਂ ਕੰਪਿਊਟਰ ਦੀਆਂ ਦਿੱਤੀਆਂ ਗਈਆਂ ਨੇ ਮਿਕਸ ਦਿੱਤੀਆਂ ਗਈਆਂ ਨੇ, ਪਰ ਇਹਨਾਂ 'ਚੋਂ ਆਊਟਪੁੱਟ ਡਿਵਾਈਸ ਕਿਹੜੀ ਹੈ? ਦੇਖੋ OCR ਆਪਟੀਕਲ ਕਰੈਕਟਰ ਰੀਡਰ, ਇਹ ਇਨਪੁੱਟ ਡਿਵਾਈਸ ਹੈ। ਆਪਟੀਕਲ ਸਕੈਨਰ, ਇਹ ਵੀ ਇਨਪੁੱਟ ਡਿਵਾਈਸ ਹੈ। ਵਾਇਸ ਰੈਕੋਗਨੀਸ਼ਨ ਡਿਵਾਈਸ, ਇਹ ਵੀ ਇਨਪੁੱਟ ਹੈ। ਤਾਂ ਸਾਡੇ ਕੋਲ ਜਿਹੜਾ ਇੱਕ ਪਲੋਟਰ ਬਚ ਜਾਂਦਾ ਹੈ, ਇਹ ਸਾਡੇ ਕੋਲ ਆਨਸਰ ਹੈ, ਕਿਉਂਕਿ ਪਲੋਟਰ ਜੋ ਹੈ ਉਹ ਆਊਟਪੁੱਟ ਡਿਵਾਈਸ ਹੈ। ਕੁਐਸਚਨ ਨੰਬਰ 8, ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਆਡ ਵਨ। ਇਹਨਾਂ ਦੇ ਵਿੱਚੋਂ ਕਿਹੜਾ ਇੱਕ ਐਸਾ ਸਾਡੇ ਕੋਲ ਆਪਸ਼ਨ ਹੈ ਜਿਹੜੀ ਇਹਦੇ ਨਾਲ ਢੁਕਵੀਂ ਨਹੀਂ ਹੈ, ਬਾਕੀ ਗਰੁੱਪ ਦੇ ਨਾਲ ਨਹੀਂ ਮਿਲਦੀ? ਸੋ ਇਹਦੇ ਵਿੱਚ ਆਪਾਂ ਅਧਿਐਨ ਕਰਦੇ ਹਾਂ। ਦੇਖੋ DOS ਦੀ ਗੱਲ ਕੀਤੀ ਗਈ ਹੈ ਜਿਹੜਾ ਕਿ ਓਪਰੇਟਿੰਗ ਸਿਸਟਮ ਹੈ
ਜਿਹਨੂੰ ਅਸੀਂ CUI ਦੀ ਐਗਜ਼ਾਮਪਲ ਕਹਿੰਦੇ ਹਾਂ, ਕਰੈਕਟਰ ਯੂਜ਼ਰ ਇੰਟਰਫੇਸ ਦੀ। ਦੂਜਾ ਸਾਡੇ ਕੋਲ ਐਂਟੀਵਾਇਰਸ ਹੈ, ਜਿਹੜਾ ਕਿ ਐਪਲੀਕੇਸ਼ਨ ਸੌਫਟਵੇਅਰ ਹੈ। ਵਿੰਡੋਜ਼ ਵੀ ਸਾਡੇ ਕੋਲ ਓਪਰੇਟਿੰਗ ਸਿਸਟਮ ਹੈ, ਪਰ ਇਹ GUI ਦੀ ਇੱਕ ਐਗਜ਼ਾਮਪਲ ਹੈ। ਐਂਡਰੋਇਡ ਸਾਡੇ ਕੋਲ ਓਪਰੇਟਿੰਗ ਸਿਸਟਮ ਹੈ, ਜਿਹੜਾ ਕਿ GUI ਦੀ ਐਗਜ਼ਾਮਪਲ ਹੈ। ਇਹਦਾ ਮਤਲਬ ਡੋਸ, ਵਿੰਡੋਜ਼ ਅਤੇ ਐਂਡਰੋਇਡ ਸਾਡੇ ਕੋਲ ਓਪਰੇਟਿੰਗ ਸਿਸਟਮ ਨੇ, ਬਟ ਐਂਟੀਵਾਇਰਸ ਇਹਨਾਂ ਵਿੱਚੋਂ ਔਡ ਹੈ, ਜਿਹੜਾ ਕਿ ਓਪਰੇਟਿੰਗ ਸਿਸਟਮ ਨਹੀਂ ਹੈ। ਇਟ ਮੀਨਸ B ਇਜ਼ ਕਰੈਕਟ ਆਨਸਰ। ਕੁਐਸਚਨ ਨੰਬਰ 2, the 2's complement of 1101 is। ਤੁਹਾਨੂੰ ਪਤਾ ਹੈ ਕਿ ਦੋ ਤਰ੍ਹਾਂ ਦੇ ਕੰਪਲੀਮੈਂਟਸ ਹੁੰਦੇ ਨੇ, 1's ਕੰਪਲੀਮੈਂਟ ਅਤੇ ਦੂਸਰਾ ਸਾਡੇ ਕੋਲ 2's ਕੰਪਲੀਮੈਂਟ। ਜੇ 1's ਕੰਪਲੀਮੈਂਟ ਕਿਸੇ ਚੀਜ਼ ਦਾ ਕੱਢਣਾ ਹੋਵੇ ਤਾਂ ਯਾਦ ਰੱਖਣਾ ਹੈ ਕਿ ਉਹਦੇ ਵਿੱਚ ਅਸੀਂ ਉਹਨੂੰ ਟੋਗਲ ਕਰ ਦਿੰਦੇ ਹਾਂ, ਉਹਨੂੰ ਰਿਵਰਸ ਕਰ ਦਿੰਦੇ ਹਾਂ। ਫਾਰ ਐਗਜ਼ਾਮਪਲ 1101 ਦਾ 1's ਕੰਪਲੀਮੈਂਟ ਕੱਢਣਾ ਹੋਵੇ ਤਾਂ ਅਸੀਂ ਉਲਟਾ ਦਿੰਦੇ ਹਾਂ, ਜਿੱਥੇ 1 ਹੈ ਉਹਨੂੰ 0 ਔਰ ਜਿੱਥੇ 0 ਹੈ ਉਸਨੂੰ 1। ਤਾਂ 1's ਕੰਪਲੀਮੈਂਟ ਇਸ 1101 ਦਾ ਹੋ ਜਾਏਗਾ 00101। ਬਟ ਜਦੋਂ 2's ਕੰਪਲੀਮੈਂਟ ਕੱਢਣਾ ਤੇ ਦੋ ਸਟੈਪ ਨੇ ਉਹਦੇ ਲਈ। ਪਹਿਲਾਂ ਅਸੀਂ 1's ਕੰਪਲੀਮੈਂਟ ਕੱਢਾਂਗੇ, ਫਿਰ ਅਸੀਂ ਇਹਦੇ ਵਿੱਚ +1 ਕਰ ਦਾਂਗੇ। ਸੋ 1's ਕੰਪਲੀਮੈਂਟ ਕੱਢਿਆ ਇਸ ਦਾ 1101 ਦਾ, ਤੋ ਸਾਡੇ ਕੋਲ ਆ ਗਿਆ 0010, ਉਲਟਾ ਕਰ ਦਿੱਤਾ। ਔਰ ਜਦੋਂ 2's ਕੰਪਲੀਮੈਂਟ ਕੱਢਣਾ ਹੈ ਤਾਂ ਇਹਦੇ 'ਚ 1 ਐਡ ਕਰ ਦੇਣਾ। ਜਦੋਂ 1 ਐਡ ਕਰਾਂਗੇ ਤਾਂ ਸਾਡੇ ਕੋਲ ਇੱਥੇ 1100 ਬਚ ਜਾਏਗਾ। ਅਤੇ ਤੁਸੀਂ ਦੇਖੋਗੇ ਕਿ ਸਾਡੇ ਕੋਲ ਆਪਸ਼ਨ ਨੰਬਰ D ਜਿਹੜੀ ਹੈ ਉਹ ਕਰੈਕਟ ਹੋ ਜਾਏਗੀ, 2's ਕੰਪਲੀਮੈਂਟ ਹੋ ਜਾਏਗਾ। ਕੁਐਸਚਨ ਨੰਬਰ 10, ਵਿਚ ਇਜ਼ ਦਾ ਨਾਟ ਐਨ ਆਊਟਪੁੱਟ ਡਿਵਾਈਸ। ਯਾਨੀ ਕਿ ਇਹਨਾਂ ਦੇ ਵਿੱਚੋਂ ਕਿਹੜੀ ਆਊਟਪੁੱਟ ਡਿਵਾਈਸ ਨਹੀਂ ਹੈ। ਆਊਟਪੁੱਟ ਡਿਵਾਈਸ ਨਹੀਂ ਹੈ ਮੀਨਸ ਕਿਹੜੀ ਇਨਪੁੱਟ ਹੈ। ਸੋ ਪ੍ਰਿੰਟਰ ਸਾਡੇ ਕੋਲ ਆਊਟਪੁੱਟ ਹੈ, ਸਕੈਨਰ ਇਨਪੁੱਟ ਹੈ, ਪਲੋਟਰ ਆਊਟਪੁੱਟ ਹੈ, ਸਪੀਕਰ ਆਊਟਪੁੱਟ ਹੈ। ਸੋ ਇਹ ਸਾਡੇ ਕੋਲ ਇਨਪੁੱਟ ਡਿਵਾਈਸ ਜਿਹੜੀ ਇੱਕ ਹੀ ਹੈ, ਜਿਹੜੀ ਕਿ ਆਨਸਰ ਹੈ ਸਕੈਨਰ।